ਕਹਾਣੀ ਭੋਲੇ ਕਿਸਾਨ ਦਾ ਸੰਖ। ਇੱਕ ਪਿੰਡ ਵਿੱਚ ਇੱਕ ਬਾਣੀਆ ਰਹਿੰਦਾ ਸੀ ਜੋ ਸਿੱਧੇ ਸਾਦੇ ਕਿਸਾਨਾਂ ਦੀ ਰੱਜਵੀਂ ਛਿਲ ਲਾਉਂਦਾ। ਜੇ ਕੋਈ ਕਿਸਾਨ ਲੋੜ ਵੇਲੇ 100-200 ਰੁਪਏ ਦਾ ਉਧਾਰ ਫੜ ਵੀ ਲੈਂਦਾ ਤਾਂ ਉਹ ਸਾਰੀ ਉਮਰ ਚਿੱਚੜ ਵਾਂਗ ਉਸ ਦਾ ਲਹੂ ਚੂਸਦਾ ਰਹਿੰਦਾ। ਉਸੇ ਪਿੰਡ ਵਿੱਚ ਇੱਕ ਕਿਸਾਨ ਭੋਲਾ ਰਹਿੰਦਾ ਸੀ, ਸਿੱਧਾ ਸਾਦਾ ਤੇ ਮਨ ਦਾ ਸੁੱਚਾ। ਨਾ ਕੋਈ ਪਖੰਡ ਜਾਣਦਾ ਸੀ ਤੇ ਨਾ ਕੋਈ ਫਰੇਬ। ਇੱਕ ਵਾਰ ਭੋਲੇ ਨੇ ਬਾਣੀਏ ਤੋਂ ਕੁਝ ਰੁਪਏ ਕਰਜ਼ ਲਏ। ਉਹ ਕਰਜ਼ ਦੇ ਅਜਿਹੇ ਚੱਕਰ ਵਿੱਚ ਫਸਿਆ ਕਿ ਸਾਰਾ ਸਾਲ ਕਕਰੀਲੀਆਂ ਰਾਤਾਂ ਝਾਗਣ ਤੇ ਜੇਠ ਹੜ੍ਹ ਦੀਆਂ ਕੜਕਦੀਆਂ ਧੁੱਪਾਂ ਵਿੱਚ ਲਹੂ ਪਸੀਨਾ ਇੱਕ ਕਰਨ ਮਗਰੋਂ ਜੋ ਫਸਲ ਤਿਆਰ ਹੁੰਦੀ, ਉਹ ਸਾਰੀ ਬਾਣੀਆਂ ਸੂਦ ਵਿੱਚ ਹੀ ਹੂੰਝ ਕੇ ਲੈ ਜਾਂਦਾ ਤੇ ਅਸਲ ਰਕਮ ਉੱਥੇ ਦੀ ਉੱਥੇ ਖਲੋਤੀ ਰਹਿੰਦੀ। ਮਜਬੂਰ ਹੋ ਕੇ ਭੋਲਾ ਬਾਣੀਏ ਤੋਂ ਹੋਰ ਕਰਜ਼ਾ ਚੁੱਕਦਾ ਤੇ ਵਿਆਜ ਹੋਰ ਵੱਧ ਜਾਂਦਾ। ਭੋਲਾ ਇੱਕ ਵਿਹੋ ਚੱਕਰ ਵਿੱਚ ਫਸ ਗਿਆ। ਅਖੀਰ ਜਦੋਂ ਭੋਲੇ ਦੇ ਘਰ ਖਾਣ ਜੋਗਾ ਸੁੱਕਾ ਟੁੱਕਰ ਵੀ ਨਾ ਰਿਹਾ ਤਾਂ ਉਹ ਅੱਕ ਕੇ ਬਾਣੀਏ ਕੋਲ ਗਿਆ ਤੇ ਤਰਲੇ ਕਰਨ ਲੱਗਾ, ਭਰਾਵਾ ਤੈਨੂੰ ਦੇਣ ਲਈ ਮੇਰੇ ਕੋਲ ਹੁਣ ਕੁਝ ਵੀ ਨਹੀਂ ਰਿਹਾ। ਤੇਰੀ ਰਕਮ ਵੈਸੇ ਦੀ ਵੈਸੇ ਖੜੀ ਏ, ਸੂਦ ਹੀ ਮੁੱਕਣ ਵਿੱਚ ਨਹੀਂ ਆਉਂਦਾ। ਮੇਰੇ ਤੇ ਤਰਸ ਖਾ ਤੇ ਮੈਨੂੰ ਉਹ ਤਰੀਕਾ ਦੱਸ ਜਿਸ ਨਾਲ ਤੂੰ ਇਤਨਾ ਅਮੀਰ ਹੋ ਗਿਆ। ਜੇ ਮੇਰੇ ਕੋਲ 4 ਦਮੜੇ ਆ ਗਏ ਤਾਂ ਮੈਂ ਪਹਿਲਾਂ ਤੇਰਾ ਕਰਜ਼ ਉਤਾਰਾਂਗਾ। ਬਾਣੀਆ ਜੱਟ ਦੀ ਮੂਰਖਤਾ ਤੇ ਮੁਸਕਰਾਇਆ ਤੇ ਫਿਰ ਕਹਿਣ ਲੱਗਾ, ਭੋਲਿਆ ਇਹ ਤਾਂ ਭਾਈ ਭਾਗਾਂ ਦੀ ਖੇਡ ਹੈ। ਪਿਛਲੇ ਜਨਮ ਦੇ ਲੈਣੇ ਦੇਣੇ ਦੇ ਸੰਬੰਧ ਨੇ। ਅਸੀਂ ਚੰਗੇ ਕਰਮ ਕਰਕੇ ਜੰਮੇ ਆ ਤੇ ਪੈਸਿਆਂ ਵਿੱਚ ਖੇਡ ਰਹੇ ਆ। ਤੂੰ ਨਾ ਸ਼ੁਕਰਾ ਨਾ ਹੋ ਤੇ ਰੱਬ ਦਾ ਭਾਣਾ ਮੰਨ। ਪਿਛਲੇ ਜਨਮ ਦੇ ਕਰਮ ਤਾਂ ਹਰੇਕ ਨੂੰ ਭੋਗਣੇ ਹੀ ਪੈਂਦੇ ਨੇ। ਭੋਲਾ ਬੜਾ ਪਰੇਸ਼ਾਨ ਸੀ। ਉਸਨੇ ਬਾਣੀਏ ਦੇ ਪੈਰ ਫੜ ਲਏ ਤੇ ਤਰਲੇ ਕਰਨ ਲੱਗਾ, ਸ਼ਾਹ ਜੀ ਇਉਂ ਨਾ ਟਾਲੋ, ਸੱਚ ਦੱਸੋ ਤੁਸੀਂ ਇਹ ਅਮੀਰੀ ਕਿੱਥੋਂ ਪਾਈ ਏ? ਬਾਣੀਏ ਨੇ ਜਦੋਂ ਵੇਖਿਆ ਤਾਂ ਕਿਸਾਨ ਖਹਿੜੇ ਪੈ ਗਿਆ ਤਾਂ ਟਾਲਣ ਲਈ ਕਹਿਣ ਲੱਗਾ, ਇਹ ਸਭ ਸ਼ਿਵ ਜੀ ਦੀ ਬਖਸ਼ਿਸ਼ ਏ। ਮੇਰੇ ਪੈਰ ਫੜਨ ਨਾਲ ਕੁਝ ਨਹੀਂ ਉਹ ਬਣਨਾ। ਜਾ ਸ਼ਿਵ ਜੀ ਮਹਾਰਾਜ ਨੂੰ ਢੂੰਡ ਤੇ ਉਹਨਾਂ ਤੋਂ ਆਪਣੇ ਗੁਨਾਹ ਬਖਸ਼ਵਾ। ਭੋਲਾ ਖੁਸ਼ੀ ਘਰ ਪਰਤ ਆਇਆ ਤੇ ਵੋਟੀ ਨੂੰ ਕਹਿਣ ਲੱਗਾ, ਮੈਂ ਜੰਗਲ ਵਿੱਚ ਸ਼ਿਵ ਜੀ ਮਹਾਰਾਜ ਨੂੰ ਲੱਭਣ ਚੱਲਿਆ। ਉਹੀ ਸਾਨੂੰ ਸੰਕਟ ਤੋਂ ਮੁਕਤ ਕਰ ਸਕਦੇ ਨੇ। ਤੂੰ ਛੇਤੀ ਰਸੋਈ ਵਿੱਚ ਜਾ ਕੇ 3 ਮੋਟੇ ਪਰੌਂਠੇ ਪਕਾ, ਰਾਹ ਵਿੱਚ ਮੇਰੇ ਕੰਮ ਆਉਣਗੇ। ਭੋਲਾ 3 ਪਰੌਂਠੇ ਪਾਉਣੇ ਨਾਲ ਬੰਨੀ ਘਰੋਂ ਤੁਰ ਪਿਆ। ਉਹ ਸ਼ਿਵ ਜੀ ਦਾ ਜਾਪ ਕਰਦਾ ਤੁਰਦਾ ਗਿਆ। ਅੱਗੇ ਕੀ ਵੇਖਦਾ ਕਿ ਇੱਕ ਬਹੁਤ ਭਾਰੀ ਜੰਗਲ ਹੈ। ਉੱਥੇ ਨਾ ਕੋਈ ਬੰਦਾ ਤੇ ਨਾ ਬੰਦੇ ਦੀ ਕੋਈ ਜਾਤ। ਜੰਗਲ ਵਿੱਚ ਕਾਫੀ ਦੂਰ ਜਾ ਕੇ ਉਸ ਨੂੰ ਇੱਕ ਬ੍ਰਾਹਮਣ ਮਿਲਿਆ ਜੋ ਇੱਕ ਦਰਖਤ ਹੇਠਾਂ ਆਰਾਮ ਕਰ ਰਿਹਾ ਸੀ। ਭੋਲੇ ਨੇ ਉਸਦੇ ਅੱਗੇ ਇੱਕ ਪਰੌਂਠਾ ਰੱਖ ਕੇ ਮੱਥਾ ਟੇਕਿਆ ਤੇ ਅਰਜ਼ ਕੀਤੀ, ਮਹਾਰਾਜ ਮੇਰੀ ਇਹ ਭੇਟ ਕਬੂਲ ਕਰੋ ਅਤੇ ਮੈਨੂੰ ਸ਼ਿਵ ਜੀ ਦਾ ਟਿਕਾਣਾ ਦੱਸੋ। ਮੈਂ ਉਹਨਾਂ ਦੇ ਦਰਸ਼ਨਾਂ ਲਈ ਭਟਕਦਾ ਫਿਰਦਾ ਹਾਂ। ਬ੍ਰਾਹਮਣ ਪਰੌਂਠਾ ਲੈ ਕੇ ਕਹਿਣ ਲੱਗਾ, ਓਏ ਮੂਰਖਾ, ਇੱਕੋ ਪਰੌਂਠੇ ਵਿੱਚ ਹੀ ਅਸੀਂ ਤੇਰਾ ਐਡਾ ਵੱਡਾ ਕੰਮ ਕਿਵੇਂ ਕਰ ਦਈਏ? ਕੁਝ ਨਗਦ ਲੱਛਣਾ ਵੀ ਕੱਢ, ਫਿਰ ਤੈਨੂੰ ਰਮਜ਼ ਦੀ ਗੱਲ ਸਮਝਾਉਂਦੇ ਆ। ਜੇ ਨਗਦੀ ਕੋਲ ਹੁੰਦੀ ਤਾਂ ਜੰਗਲ ਵਿੱਚ ਭਟਕਣ ਦੀ ਕੀ ਲੋੜ ਸੀ ਮਹਾਰਾਜ? ਭੋਲੇ ਨੇ ਭੈੜਾ ਜਿਹਾ ਮੂੰਹ ਬਣਾ ਕੇ ਕਿਹਾ ਤੇ ਉੱਥੋਂ ਅੱਗੋਂ ਤੁਰ ਪਿਆ। ਥੋੜ੍ਹੀ ਜਿਹੀ ਵਾਟ ਅੱਗੇ ਗਿਆ ਤਾਂ ਉਸਨੂੰ ਇੱਕ ਜੋਗੀ ਵਿਖਾਈ ਦਿੱਤਾ ਜੋ ਧੂਣੀ ਧੁਖਾਈ ਬੈਠਾ ਸੀ। ਭੋਲੇ ਨੇ ਉਸ ਅੱਗੇ ਮੱਥਾ ਟੇਕ ਕੇ ਇੱਕ ਪਰੌਂਠਾ ਰੱਖਿਆ, ਫਿਰ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਇਹ ਤਿਲ ਫੁੱਲ ਭੇਟਾ ਕਬੂਲ ਕਰੋ ਤੇ ਮੈਨੂੰ ਸ਼ਿਵ ਜੀ ਦੇ ਸਿੰਘਾਸਣ ਦਾ ਰਾਹ ਦੱਸੋ। ਮੈਂ ਥਾਂ ਖੱਜਲ ਖਵਾਰ ਹੁੰਦਾ ਫਿਰਦਾ ਹਾਂ। ਜੋਗੀ ਨੇ ਪਰੌਂਠਾ ਚੁੱਕ ਕੇ ਆਪਣੀ ਬਗਲੀ ਵਿੱਚ ਰੱਖ ਲਿਆ। ਫਿਰ ਉਹ ਇਸ਼ਾਰੇ ਨਾਲ ਭੋਲੇ ਨੂੰ ਸਮਝਾਉਣ ਲੱਗਾ ਕਿ ਮੈਂ ਮੌਨ ਧਾਰੀ ਹਾਂ, ਬੋਲਦਾ ਨਹੀਂ। ਪਰ ਜੋਗੀ ਦੇ ਇਸ਼ਾਰਿਆਂ ਦੀ ਭੋਲੇ ਕਿਸਾਨ ਨੂੰ ਕੁਝ ਸਮਝ ਨਾ ਪਈ। ਉਹ ਕੀ ਜਾਣੇ ਇਹ ਰਮਜਾਂ। ਸੋ ਨਿਰਾਸ਼ ਹੋ ਕੇ ਉੱਥੋਂ ਅੱਗੇ ਤੁਰ ਪਿਆ। ਹੋਰ ਅੱਗੇ ਗਿਆ ਤਾਂ ਉਸਨੇ ਇੱਕ ਦਰਖਤ ਹੇਠਾਂ ਇੱਕ ਗਰੀਬੜਾ ਜਿਹਾ ਬੰਦਾ ਪਰੇਸ਼ਾਨ ਪਿਆ ਵੇਖਿਆ। ਉਸਦੇ ਕੱਪੜੇ ਮੈਲੇ ਕੁਚੈਲੇ ਤੇ ਫਟੇ ਹੋਏ ਸਨ। ਉਹ ਭੁੱਖ ਨਾਲ ਬੇਹਾਲ ਜਾਪਦਾ ਸੀ। ਕਦੇ ਉਹ ਦਰਦ ਨਾਲ ਕਰਾਉਣ ਲੱਗਦਾ। ਭੋਲਾ ਉਸਦੇ ਕੋਲ ਗਿਆ ਅਤੇ ਅਖੀਰਲਾ ਪਰੌਂਠਾ ਉਹਦੇ ਅੱਗੇ ਰੱਖਦਾ ਹੋਇਆ ਕਹਿਣ ਲੱਗਾ, ਮੇਰੇ ਕੋਲ ਸਿਰਫ 3 ਪਰੌਂਠੇ ਸਨ। ਇੱਕ ਬ੍ਰਾਹਮਣ ਨੂੰ ਦੇ ਆਇਆ, ਦੂਜਾ ਜੋਗੀ ਨੂੰ, ਤੀਜਾ ਮੈਂ ਆਪਣੇ ਖਾਣ ਵਾਸਤੇ ਰੱਖਿਆ ਸੀ। ਮੇਰੇ ਤੋਂ ਤੇਰੀ ਭੁੱਖ ਤੇ ਬੇਵਸੀ ਨਹੀਂ ਵੇਖੀ ਗਈ, ਸੋ ਇਹ ਤੂੰ ਖਾ ਲੈ। ਮੈਂ ਤਾਂ ਭੁੱਖਾ ਰਹਿਣਾ ਹਿਲਿਆ ਹੋਇਆ। ਫਿਰ ਭੋਲੇ ਨੇ ਉਸ ਦੀਆਂ ਲੱਤਾਂ ਬਾਹਾਂ ਘੁੱਟਣੀਆਂ ਸ਼ੁਰੂ ਕੀਤੀਆਂ ਤੇ ਪੁੱਛਿਆ, ਦੱਸ ਕਿੱਥੇ ਦਰਦ ਹੁੰਦਾ ਈ? ਮੈਂ ਉਹ ਜਗ੍ਹਾ ਦਬਾ ਦਿੰਦਾ ਹਾਂ।
ਉਹ ਦਲਿੰਦਰੀ ਝੱਟ ਉੱਠ ਬੈਠਾ ਤੇ ਹਮਦਰਦੀ ਜਤਾਉਂਦੇ ਹੋਏ ਭੋਲੇ ਨੂੰ ਕਹਿਣ ਲੱਗਾ, ਤੂੰ ਵੀ ਮੇਰੇ ਵਰਗਾ ਕੋਈ ਦੁਖਿਆਰਾ ਏ। ਮੇਰੀ ਭੁੱਖ ਤਾਂ ਤੇਰੇ ਪਰੌਂਠੇ ਨਾਲ ਮੱਠੀ ਹੋ ਜਾਵੇਗੀ, ਪਰ ਤੂੰ ਮੈਨੂੰ ਆਪਣਾ ਦੁੱਖ ਸੁਣਾ, ਸ਼ਾਇਦ ਮੈਂ ਤੇਰੇ ਕਿਸੇ ਕੰਮ ਆ ਸਕਾਂ। ਆਖਰ ਬੰਦਾ ਹੀ ਤਾਂ ਬੰਦੇ ਦੇ ਕੰਮ ਆਉਂਦਾ ਹੈ। ਭੋਲੇ ਨੇ ਉਹ ਬਚਿਆ ਹੋਇਆ ਪਰੌਂਠਾ ਉਸ ਦਲਿੰਦਰੀ ਨੂੰ ਦੇ ਦਿੱਤਾ। ਫਿਰ ਉਸਨੇ ਆਪਣੀ ਹੱਡ ਬੀਤੀ ਵੇਰਵੇ ਨਾਲ ਸੁਣਾਉਂਦੇ ਹੋਏ ਕਿਹਾ, ਪਿੰਡ ਦਾ ਬਾਣੀਆ, ਮੈਨੂੰ ਜੋਕ ਵਾਂਗ ਚਮੜਿਆ ਹੋਇਆ। ਮੈਂ ਉਸ ਤੋਂ 4 ਛਿੱਲੜ ਕੀ ਲੈ ਬੈਠਾ, ਉਸ ਦਾ ਵਿਆਜ ਹੀ ਮੁੱਕਣ ਵਿੱਚ ਨਹੀਂ ਆਉਂਦਾ। ਮੇਰੇ ਲਹੂ ਦਾ ਇੱਕ ਇੱਕ ਕਤਰਾ ਉਸ ਚੂਸ ਲਿਆ। ਮੈਂ ਉਸ ਤੋਂ ਜਿੰਦ ਛਡਾਉਣ ਲਈ ਸ਼ਿਵ ਜੀ ਦੀ ਸ਼ਰਨ ਲੈਣਾ ਚਾਹੁੰਦਾ ਹਾਂ ਤੇ ਉਹਨਾਂ ਨੂੰ ਜੰਗਲਾਂ ਜੂਹਾਂ ਵਿੱਚ ਟੋਲਦਾ ਫਿਰਦਾ। ਕਹਿੰਦੇ ਨੇ ਸ਼ਿਵ ਜੀ ਮਹਾਰਾਜ ਕਈ ਵਾਰ ਭੇਸ ਬਦਲ ਕੇ ਜੰਗਲਾਂ ਜੂਹਾਂ ਵਿੱਚ ਫਿਰਦੇ ਰਹਿੰਦੇ ਨੇ। ਉਹ ਆਪਣੇ ਸ਼ਰਧਾਲੂਆਂ ਨੂੰ ਪਰਖਦੇ ਤੇ ਪੂਰਾ ਉਤਰਨ ਦੇ ਤੇ ਬਖਸ਼ਿਸ਼ ਕੀਤਾ ਕਰਦੇ ਹਨ। ਉਹ ਦਲਿੰਦਰੀ ਆਦਮੀ ਅਸਲ ਵਿੱਚ ਖੁਦ ਸ਼ਿਵ ਜੀ ਮਹਾਰਾਜ ਹੀ ਸਨ। ਭੋਲੇ ਦੀ ਦੁੱਖ ਭਰੀ ਮਿੱਥਿਆ ਸੁਣ ਕੇ ਅਸਲੀ ਰੂਪ ਵਿੱਚ ਆ ਗਏ ਤੇ ਮੁਸਕਰਾਉਂਦੇ ਹੋਏ ਕਹਿਣ ਲੱਗੇ, ਮੈਂ ਤੇਰੇ ਉੱਤੇ ਤਰੁੱਠਾ ਹਾਂ, ਕੁਝ ਮੰਗ ਲੈ। ਭੋਲਾ ਸ਼ਿਵ ਜੀ ਦੇ ਚਰਨਾਂ ਉੱਤੇ ਡਿੱਗ ਪਿਆ ਤੇ ਨੱਕ ਰਗੜਦਾ ਹੋਇਆ ਕਹਿਣ ਲੱਗਾ, ਮਹਾਰਾਜ, ਜੇ ਤਰੁੱਠੇ ਹੋ ਤਾਂ ਕਿਸੇ ਤਰ੍ਹਾਂ ਬਾਣੀਏ ਤੋਂ ਮੇਰਾ ਛੁਟਕਾਰਾ ਕਰਵਾ ਦਿਓ। ਸ਼ਿਵ ਜੀ ਨੇ ਅੰਤਰ ਧਿਆਨ ਹੋ ਗਏ। ਫਿਰ ਅੱਖਾਂ ਖੋਲ੍ਹ ਕੇ ਕਹਿਣ ਲੱਗੇ, ਦਿਲ ਤਕੜਾ ਰੱਖ, ਹਿੰਮਤ ਨਹੀਂ ਹਾਰੀ ਨਹੀਂ। ਮੈਂ ਤੈਨੂੰ ਇੱਕ ਕਰਨੀ ਵਾਲਾ ਸੰਖ ਦਿੰਦਾ ਹਾਂ। ਇਸ ਨੂੰ ਵਜਾਉਣ ਮਗਰੋਂ ਜੋ ਕੁਝ ਵੀ ਤੂੰ ਇਸ ਤੋਂ ਮੰਗੇਗਾ ਉਹ ਤੈਨੂੰ ਅਵੱਸ਼ ਮਿਲੇਗਾ। ਫਿਰ ਸ਼ਿਵ ਜੀ ਨੇ ਭੋਲੇ ਨੂੰ ਇੱਕ ਸੰਖ ਦਿੱਤਾ। ਭੋਲੇ ਨੇ ਉਸ ਨੂੰ ਵਜਾਉਣ ਦੀ ਬੜੀ ਕੋਸ਼ਿਸ਼ ਕੀਤੀ, ਸਾਰਾ ਜ਼ੋਰ ਲਗਾ ਕੇ ਫੂਕਾਂ ਮਾਰੀਆਂ, ਪਰ ਉਹ ਨਾ ਵੱਜਿਆ। ਇਸ ਨੂੰ ਹਰ ਕੋਈ ਨਹੀਂ ਵਜਾ ਸਕਦਾ। ਇਸ ਨੂੰ ਵਜਾਉਣ ਦਾ ਇੱਕ ਖਾਸ ਤਰੀਕਾ ਹੈ, ਉਹ ਮੈਂ ਤੈਨੂੰ ਸਿਖਾ ਦਿੰਦਾ ਹਾਂ। ਸ਼ਿਵ ਜੀ ਨੇ ਭੋਲੇ ਨੂੰ ਸੰਖ ਵਜਾਉਣ ਦਾ ਤਰੀਕਾ ਸਮਝਾਇਆ। ਫਿਰ ਭੋਲੇ ਨੇ 2 ਕੁ ਵਾਰ ਖੁਦ ਵਜਾ ਕੇ ਵੇਖਿਆ। ਜਦੋਂ ਭੋਲਾ ਉੱਥੋਂ ਤੁਰਨ ਲੱਗਾ ਤਾਂ ਸ਼ਿਵ ਜੀ ਨੇ ਭੋਲੇ ਨੂੰ ਚੇਤਾਵਨੀ ਦਿੰਦਿਆਂ ਕਿਹਾ, ਤੂੰ ਬੜਾ ਸਿੱਧਾ ਸਾਦਾ ਆਦਮੀ ਏ। ਵੇਖੀ ਚਲਾਕ ਬਾਣੀਆ, ਕਿਧਰੇ ਇਹ ਸੰਖ ਧੋਖੇ ਫਰੇਬ ਨਾਲ ਕਾਬੂ ਨਾ ਕਰ ਲਏ ਤੇ ਤੂੰ ਫਿਰ ਹੱਥ ਮਲਦਾ ਨਾ ਰਹਿ ਜਾਵੇ। ਪਰ ਇੱਕ ਗੱਲ ਦਾ ਖਿਆਲ ਰੱਖੀ ਕਿ ਇਸ ਸੰਖ ਨੂੰ ਵਜਾਉਣ ਦੀ ਜਾਂਚ ਕਿਸੇ ਨੂੰ ਨਾ ਸਿਖਾਈ, ਫਿਰ ਇਹ ਸੰਖ ਕਿਸੇ ਦੂਜੇ ਦੇ ਕੰਮ ਜੋਗਾ ਨਹੀਂ ਰਹਿਣਾ। ਭੋਲਾ ਨੱਚਦਾ ਤੇ ਭੁੜਕਦਾ ਪਿੰਡ ਵਾਪਸ ਆ ਗਿਆ। ਚਲਾਕ ਬਾਣੀਏ ਨੇ ਭੋਲੇ ਦੀ ਚਾਲ ਢਾਲ ਤੇ ਚਿਹਰੇ ਦੀ ਰੰਗਤ ਤੋਂ ਹੀ ਅੰਦਾਜ਼ਾ ਲਗਾ ਲਿਆ ਕਿ ਇਸ ਨੂੰ ਕਿਧਰੋਂ ਕਾਫੀ ਕੁਝ ਹੱਥ ਲੱਗਾ ਹੈ। ਪਹਿਲਾਂ ਉਹਨੂੰ ਇਹ ਖੁਸ਼ੀ ਵਿੱਚ ਭੁੜਕਦਾ ਕਰੇ ਨਹੀਂ ਸੀ ਵੇਖਿਆ। 2-4 ਦਿਨ ਬਾਣੀਆ ਚੁੱਪ ਰਿਹਾ ਤੇ ਭੋਲੇ ਦੇ ਰੰਗ ਢੰਗ ਵੇਖਦਾ ਰਿਹਾ। ਫਿਰ ਅਗਲੇ ਦਿਨ ਸਵੇਰੇ ਸਵੇਰੇ ਹੀ ਭੋਲੇ ਦੇ ਘਰ ਗਿਆ ਅਤੇ ਅਜਿਹੇ ਢੰਗ ਨਾਲ ਉਸ ਨੂੰ ਵਧਾਈ ਦਿੱਤੀ ਜਿਵੇਂ ਉਹਨੂੰ ਕੋਈ ਭੇਤ ਭਰੀ ਗੱਲ ਪਤਾ ਲੱਗ ਗਈ ਹੋਵੇ। ਭੋਲਿਆ, ਵਧਾਈ ਹੋਵੇ, ਹੁਣ ਤਾਂ ਤੇਰੀ ਮੌਜ ਬਣ ਗਈ। ਪਹਿਲਾਂ ਤਾਂ ਭੋਲਾ ਘਬਰਾ ਗਿਆ, ਫਿਰ ਉਸਨੇ ਆਪਣੇ ਆਪ ਉੱਤੇ ਕਾਬੂ ਪਾਉਂਦਿਆਂ ਗਿਆ, ਕਾਹਦੀ ਵਧਾਈ? ਮੇਰੀ ਕਾਹਦੀ ਮੌਜ? ਭਾਈ, ਤੂੰ ਸਾਡੇ ਤੋਂ ਕੁਝ ਛੁਪਾ ਰਿਹਾ ਹੈ, ਅਸੀਂ ਕੋਈ ਤੇਰੇ ਦੁਸ਼ਮਣ ਥੋੜ੍ਹੇ ਹਾਂ। ਫਿਰ ਭੋਲੇ ਦੇ ਚਿਹਰੇ 'ਤੇ ਨਜ਼ਰ ਕੱਢਦਿਆਂ ਗਿਆ, ਅਸਾਂ ਤੋਂ ਤਾਂ ਗੈਬ ਦੀਆਂ ਗੱਲਾਂ ਵੀ ਗੁੱਝੀਆਂ ਨਹੀਂ ਰਹਿੰਦੀਆਂ। ਇਹ ਵੀ ਕੋਈ ਗੱਲਾਂ 'ਚ ਕੋਈ ਗੱਲ ਹੈ? ਬਾਣੇ ਨੇ ਇਉਂ ਕਿਹਾ ਜਿਵੇਂ ਉਹ ਸਭ ਕੁਝ ਜਾਣਦਾ ਹੋਵੇ। ਪਰ ਭੋਲਾ ਫਿਰ ਵੀ ਚੁੱਪ ਹੀ ਰਿਹਾ। ਬਾਣੀਏ ਨੇ ਅਸਲੀ ਗੱਲ ਜਾਣਨ ਲਈ ਇੱਕ ਹੋਰ ਤੀਰ ਛੱਡਿਆ, ਤੂੰ ਕੀ ਸਮਝਦਾ ਹੈ? ਮੈਨੂੰ ਪਤਾ ਨਹੀਂ। ਮੇਰੇ ਕੋਲ ਜਾਦੂ ਦੀ ਗੁੱਡੀ ਏ, ਗੁੱਡੀ, ਜੋ ਸਾਰੇ ਭੇਤ ਮੈਨੂੰ ਦੱਸ ਦਿੰਦੀ ਏ। ਪਿੰਡ ਵਿੱਚ ਗੱਲ ਵਾਪਰਦੀ ਪਿੱਛੋਂ ਏ ਤੇ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਏ। ਮੈਂ ਤਾਂ ਗੱਲ ਤੇਰੇ ਕੋਲੋਂ ਖਵਾਉਣਾ ਚਾਹੁੰਦਾ। ਜੇ ਮੈਂ ਗੱਲ ਬਾਹਰ ਕੱਢ ਦਿੱਤੀ ਤਾਂ ਸਾਰੇ ਪਿੰਡ ਨੂੰ ਪਤਾ ਲੱਗ ਗਈ ਸਮਝੋ। ਭੋਲਾ ਕਿਸਾਨ ਸ਼ਾਹ ਦੀਆਂ ਗੱਲਾਂ ਵਿੱਚ ਆ ਗਿਆ, ਭਲਾ ਸ਼ਾਹ ਜੀ, ਤੁਹਾਡੇ ਤੋਂ ਕਾਹਦਾ ਲੁਕਾ? ਦਾਈਆਂ ਤੋਂ ਭਲਾ ਕਿਹੜੀ ਤੀਵੀਂ ਪੇਟ ਗੁੱਜਾ ਰੱਖ ਸਕਦੀ ਏ? ਫਿਰ ਭੋਲੇ ਨੇ ਬਾਣੀਏ ਦੇ ਕੋਲ ਬੈਠ ਕੇ ਉਸ ਨੂੰ ਮੱਧਮ ਸੁਰ ਵਿੱਚ ਸਾਰੀ ਗੱਲ ਵੇਰਵੇ ਨਾਲ ਦੱਸ ਦਿੱਤੀ। ਪਰ ਇੱਕ ਗੱਲ ਉਹ ਛੁਪਾ ਗਿਆ, ਸੰਖ ਵਜਾਉਣ ਦਾ ਭੇਤ ਨਾ ਖੋਲ੍ਹਿਆ। ਬਾਣੀਆ ਸੰਖ ਬਾਰੇ ਸਾਰੀ ਗੱਲ ਸੁਣ ਕੇ ਮਨ ਹੀ ਮਨ ਵਿੱਚ ਬੜਾ ਕਲਪਿਆ। ਉਹ ਕਿਵੇਂ ਸਹਿ ਸਕਦਾ ਸੀ ਕਿ ਗਵਾਰ ਜਿਹਾ ਭੋਲਾ ਸੰਖ ਦੀ ਦੈਵੀ ਸ਼ਕਤੀ ਨਾਲ ਪਿੰਡ ਵਿੱਚ ਸਭ ਤੋਂ ਜ਼ਿਆਦਾ ਅਮੀਰ ਹੋ ਜਾਵੇ। ਉਹਦੀ ਆਪਣੀ ਕੀ ਸਾਖ ਰਹਿ ਜਾਵੇਗੀ। ਸੋ ਉਹ ਦਿਨ ਰਾਤ ਸੰਖ ਨੂੰ ਚਲਾਉਣ ਦੇ ਮਨਸੂਬੇ ਘੜਨ ਲੱਗਾ। ਚਲਾਕ ਬਾਣੀਏ ਅੱਗੇ ਭੋਲੇ ਦੀ ਪੇਸ਼ ਕਦ ਤੱਕ ਚੱਲਦੀ। ਇੱਕ ਦਿਨ ਭੋਲਾ ਸ਼ਹਿਰ ਸੌਦਾ ਖਰੀਦਣ ਗਿਆ ਹੋਇਆ ਸੀ। ਪਿੱਛੋਂ ਉਹਦੀ ਵਹੁਟੀ ਖੂਹ ਉੱਤੇ ਪਾਣੀ ਭਰਨ ਲਈ ਗਈ ਤੇ ਕਾਫੀ ਦੇਰ ਨਾਲ ਪਰਤੀ। ਬਾਣੀਏ ਇਸ ਮੌਕੇ ਦੀ ਤਾਕ ਵਿੱਚ ਸੀ। ਉਹ ਸੰਖ ਚੁਰਾ ਕੇ ਲੈ ਗਿਆ। ਜਦੋਂ ਭੋਲੇ ਨੂੰ ਸੰਖ ਦੀ ਚੋਰੀ ਦਾ ਪਤਾ ਲੱਗਾ ਤਾਂ ਉਹ ਬੜਾ ਪਰੇਸ਼ਾਨ ਹੋਇਆ। ਉਸ ਨੂੰ 100 ਵਿਸਵੇ ਯਕੀਨ ਸੀ ਕਿ ਇਹ ਕਾਰਾ ਬਾਣੀਏ ਨੇ ਕੀਤਾ ਹੈ। ਬਾਣੀਏ ਨੇ ਸੰਖ ਤਾਂ ਹਾਸਲ ਕਰ ਲਿਆ, ਪਰ ਉਹਨੂੰ ਵਜਾਉਣਾ ਉਸਦੇ ਵੱਸ ਦੀ ਗੱਲ ਨਹੀਂ ਸੀ।
ਜਦੋਂ ਸਾਰੇ ਹੀਲੇ ਅਸਫਲ ਹੋ ਗਏ ਤਾਂ ਬਾਣੀਆ ਭੋਲੇ ਕੋਲੋਂ ਗੱਲਾਂ-ਗੱਲਾਂ ਵਿੱਚ ਸ਼ੰਖ ਵਜਾਉਣ ਦੀ ਤਰਕੀਬ ਪੁੱਛਣ ਲੱਗਾ, ਤੇ ਤੂੰ ਉਹ ਸ਼ੰਖ ਵਜਾਉਂਦਾ ਕਿਵੇਂ ਸੈਂ? ਭੋਲੇ ਨੂੰ ਸ਼ੱਕ ਸੀ ਕਿ ਸ਼ੰਖ ਉਸਦੇ ਘਰੋਂ ਬਾਣੀਏ ਨੇ ਹੀ ਚੁਰਾਇਆ ਹੈ, ਪਰ ਉਹਦੇ ਕੋਲ ਕੋਈ ਸਬੂਤ ਨਹੀਂ ਸੀ। ਭੋਲਾ ਨਿਮੁੰਝਣਾ ਜਿਹਾ ਹੋ ਕੇ ਕਹਿੰਦਾ, ਤੂੰ ਮੈਨੂੰ ਉਸ ਸ਼ੰਖ ਦੀ ਯਾਦ ਨਾ ਕਰਵਾ, ਮੇਰੇ ਤਾਂ ਦਿਲ ਵਿੱਚ ਰੁੱਗ ਭਰਿਆ ਜਾਂਦਾ ਹੈ ਜਦੋਂ ਮੈਂ ਸ਼ੰਖ ਦੀਆਂ ਬਰਕਤਾਂ ਯਾਦ ਕਰਦਾ। ਪਰ ਤੂੰ ਉਸ ਸ਼ੰਖ ਨੂੰ ਕਿਵੇਂ ਵਜਾਉਂਦਾ ਸੈਂ? ਬਾਣੀਆ ਬਾਰ-ਬਾਰ ਭੋਲੇ ਨੂੰ ਇੱਕੋ ਗੱਲ ਪੁੱਛਦਾ। ਭੋਲੇ ਨੇ ਸ਼ੰਖ ਨੂੰ ਵਜਾਉਣ ਦੀ ਤਰਕੀਬ ਨਾ ਦੱਸੀ, ਉਲਟਾ ਕਹਿਣ ਲੱਗਾ, ਉਸ ਸ਼ੰਖ ਨੂੰ ਕੇਵਲ ਮੈਂ ਹੀ ਵਜਾ ਸਕਦਾ ਹਾਂ। ਮੇਰੀ ਫੂਕ ਨੂੰ ਸ਼ਿਵਜੀ ਭਗਵਾਨ ਨੇ ਵਰ ਬਖਸ਼ਿਆ ਸੀ। ਦਿਨ ਲੰਘਦੇ ਗਏ। ਜਦੋਂ ਬਾਣੀਆ ਸਭ ਤਰੀਕੇ ਵਰਤ ਚੁੱਕਾ ਪਰ ਸ਼ੰਖ ਨੂੰ ਵਜਾਉਣ ਦੀ ਤਰਕੀਬ ਨਾ ਜਾਣ ਸਕਿਆ, ਤਾਂ ਉਹ ਇੱਕ ਨਵੀਂ ਚਾਲ ਸੋਚ ਕੇ ਭੋਲੇ ਕਿਸਾਨ ਦੇ ਘਰ ਗਿਆ ਤੇ ਉਸ ਨੂੰ ਸਮਝਾਉਂਦਿਆਂ ਹੋਇਆ ਕਹਿਣ ਲੱਗਾ, ਵੇਖ ਓਏ ਭੋਲਿਆ, ਭਾਵੇਂ ਕਿਵੇਂ ਵੀ ਹੋਇਆ, ਤੇਰਾ ਉਹ ਸ਼ੰਖ ਮੇਰੇ ਕੋਲ ਪਹੁੰਚ ਗਿਆ। ਸ਼ੰਖ ਮੇਰੇ ਕੋਲ ਹੋਣ ਕਰਕੇ ਤੈਨੂੰ ਕੋਈ ਲਾਭ ਨਹੀਂ ਪਹੁੰਚ ਸਕਦਾ। ਇਹ ਸ਼ੰਖ ਮੇਰੇ ਵੀ ਕਿਸੇ ਕੰਮ ਦਾ ਨਹੀਂ, ਕਿਉਂਕਿ ਮੈਂ ਇਸ ਨੂੰ ਵਜਾ ਹੀ ਨਹੀਂ ਸਕਦਾ। ਕਿਉਂ ਨਾ ਅਸੀਂ ਰਲ ਕੇ ਕੋਈ ਅਜਿਹਾ ਸਮਝੌਤਾ ਕਰ ਲਈਏ ਜਿਸ ਨਾਲ ਦੋਹਾਂ ਦਾ ਭਲਾ ਹੁੰਦਾ ਹੋਵੇ। ਭੋਲਾ ਚੁੱਪਚਾਪ ਬਾਣੀਏ ਦੀ ਗੱਲ ਸੁਣਦਾ ਰਿਹਾ, ਪਰ ਬਾਣੀਏ ਦੀ ਗੱਲ ਸੁਣ ਕੇ ਉਹਨੂੰ ਕੋਈ ਹੈਰਾਨੀ ਨਾ ਹੋਈ। ਉਹਨੂੰ ਪਹਿਲਾਂ ਹੀ ਸ਼ੱਕ ਸੀ ਕਿ ਸ਼ੰਖ ਬਾਣੀਏ ਤੋਂ ਬਗੈਰ ਹੋਰ ਕੋਈ ਨਹੀਂ ਚੁਰਾ ਸਕਦਾ, ਕਿਉਂ ਜੋ ਸ਼ੰਖ ਦੀ ਅਜ਼ਮਤ ਬਾਰੇ ਕਿਸੇ ਦੂਜੇ ਨੂੰ ਕੋਈ ਗਿਆਨ ਨਹੀਂ ਸੀ। ਦੱਸ, ਤੂੰ ਕੀ ਚਾਹੁੰਦਾ ਹੈ? ਭੋਲੇ ਕਿਸਾਨ ਨੇ ਜਾਇਜ਼ ਗੱਲ ਕਰੀ। ਬਾਣੀਏ ਨੇ ਠਰਮੇ ਨਾਲ ਸਾਰੀ ਗੱਲ ਸਮਝਾਉਂਦਿਆਂ ਕਿਹਾ, ਵੇਖ, ਇੱਕ ਸ਼ਰਤ 'ਤੇ ਮੈਂ ਤੈਨੂੰ ਇਹ ਸ਼ੰਖ ਵਾਪਸ ਕਰ ਸਕਦਾ ਹਾਂ। ਤੂੰ ਇਸ ਸ਼ੰਖ ਦੁਆਰਾ ਜੋ ਕੁਝ ਵੀ ਮੰਗੇਗਾ ਉਸ ਨਾਲ ਦੁੱਗਣਾ ਮੈਨੂੰ ਵੀ ਮਿਲੇ। ਪਹਿਲਾਂ ਇਹ ਗੱਲ ਤੂੰ ਸ਼ੰਖ ਦੀ ਗੈਬੀ ਸ਼ਕਤੀ ਨੂੰ ਆਖ, ਤਾਂ ਮੈਂ ਇਹ ਸ਼ੰਖ ਤੈਨੂੰ ਦੇਵਾਂਗਾ। ਨਹੀਂ, ਇਹ ਮੈਥੋਂ ਨਹੀਂ ਹੋ ਸਕਦਾ। ਤੂੰ ਬੇਸ਼ੱਕ ਸ਼ੰਖ ਮੈਨੂੰ ਨਾ ਮੋੜ। ਭੋਲਾ ਕ੍ਰੋਧ ਵਿੱਚ ਆ ਗਿਆ, ਤੂੰ ਮੈਨੂੰ ਬਹੁਤ ਲੁੱਟਿਆ, ਹੁਣ ਮੈਂ ਹੋਰ ਨਹੀਂ ਲੁੱਟਣਾ ਚਾਹੁੰਦਾ। ਇਸ ਸ਼ੰਖ ਦੁਆਰਾ ਮਿਲੀ ਹਰ ਚੀਜ਼ ਵਸਤੂ ਉੱਤੇ ਮੇਰਾ ਹੱਕ ਹੈ, ਸਿਰਫ ਮੇਰਾ, ਹੋਰ ਕਿਸੇ ਦਾ ਨਹੀਂ। ਬਾਣੀਏ ਨੇ ਸਮਝਾਇਆ, ਮੂਰਖ ਨਾ ਬਣ, ਇਸੇ ਵਿੱਚ ਤੇਰੀ ਬਿਹਤਰੀ ਹੈ। ਸਿਆਣੇ ਆਖਦੇ ਨੇ, ਸਾਰਾ ਜਾਂਦਾ ਵੇਖੀਏ ਤੇ ਅੱਧਾ ਦਈਏ ਵੰਡ। ਸੋਚ ਲੈ ਤੇ ਆਪਣਾ ਨੁਕਸਾਨ ਨਾ ਕਰ। ਭੋਲਾ ਸੋਚਾਂ ਵਿੱਚ ਡੁੱਬ ਗਿਆ। ਬਾਣੀਏ ਤੋਂ ਪਹਿਲਾਂ ਸ਼ੰਖ ਲੈਣਾ ਜ਼ਰੂਰੀ ਹੈ। ਮੈਂ ਸ਼ੰਖ ਤੋਂ ਕੁਝ ਮੰਗਾਂਗਾ ਹੀ ਨਹੀਂ, ਬਾਣੀਏ ਨੂੰ ਦੁੱਗਣਾ ਮਿਲੇਗਾ ਕਿਵੇਂ? ਸੋ ਉਹ ਬਾਣੀਏ ਨੂੰ ਕਹਿਣ ਲੱਗਾ, ਇੱਕ ਸ਼ਰਤ ਉੱਤੇ ਮੈਂ ਤੇਰੀ ਗੱਲ ਮੰਨਦਾ। ਮੈਂ ਆਪਣੀ ਮਰਜ਼ੀ ਨਾਲ ਜੋ ਚਾਹਾਂਗਾ ਸ਼ੰਖ ਤੋਂ ਮੰਗਾਂਗਾ, ਮੰਗਣ ਵਿੱਚ ਤੇਰਾ ਕੋਈ ਦਖਲ ਨਹੀਂ ਹੋਵੇਗਾ। ਠੀਕ ਹੈ, ਬਾਣੀਏ ਨੇ ਕਿਹਾ, ਮੈਨੂੰ ਤੇਰੀ ਹਰ ਗੱਲ ਮਨਜ਼ੂਰ ਹੈ। ਬਾਣੀਏ ਨੇ ਉਹ ਸ਼ੰਖ ਭੋਲੇ ਨੂੰ ਵਾਪਸ ਲਿਆ ਦਿੱਤਾ। ਭੋਲੇ ਨੇ ਸ਼ੰਖ ਦੀ ਸ਼ਕਤੀ ਨੂੰ ਹੁਕਮ ਦਿੱਤਾ ਕਿ ਅੱਗੇ ਤੋਂ ਜੋ ਕੁਝ ਵੀ ਮੈਨੂੰ ਮਿਲੇ ਉਸ ਤੋਂ ਦੁੱਗਣਾ ਬਾਣੀਏ ਨੂੰ ਵੀ ਹਾਸਲ ਹੋਵੇ। ਸ਼ੰਖ ਲੈ ਕੇ ਭੋਲੇ ਨੇ ਸੰਦੂਕ ਵਿੱਚ ਛੁਪਾ ਦਿੱਤਾ। ਉਸਨੇ ਮਨ ਬਣਾ ਲਿਆ ਕਿ ਜਦੋਂ ਤੱਕ ਬਾਣੀਆ ਜਿੰਦਾ ਹੈ ਉਹ ਸ਼ੰਖ ਤੋਂ ਕਦੇ ਕੁਝ ਨਹੀਂ ਮੰਗੇਗਾ। ਕਾਫੀ ਸਮਾਂ ਬੀਤ ਗਿਆ, ਨਾ ਭੋਲੇ ਨੇ ਸ਼ੰਖ ਦਾ ਆਪ ਫਾਇਦਾ ਉਠਾਇਆ, ਨਾ ਹੀ ਬਾਣੀਏ ਨੂੰ ਕੋਈ ਲਾਭ ਪੁੱਜਿਆ। 1 ਸਾਲ ਬਾਰਿਸ਼ਾਂ ਨਾ ਹੋਈਆਂ। ਭੋਲੇ ਦੀਆਂ ਫਸਲਾਂ ਪਾਣੀ ਕੋਲੋਂ ਸੁੱਕਣ ਲੱਗੀਆਂ। ਜਦ ਪੱਤਰ ਪੇਲੇ ਪੈਣ ਲੱਗੇ ਤਾਂ ਭੋਲੇ ਤੋਂ ਆਪਣੇ ਖੇਤਾਂ ਦੀ ਇਹ ਦੁਰਦਸ਼ਾ ਵੇਖੀ ਨਾ ਗਈ। ਸੋ ਭੋਲੇ ਨੇ ਮਜਬੂਰ ਹੋ ਕੇ ਸੰਦੂਕ ਵਿੱਚੋਂ ਸ਼ੰਖ ਕੱਢ ਕੇ ਵਜਾਇਆ ਤੇ ਕਿਹਾ ਕਿ ਮੇਰੇ ਖੇਤਾਂ ਵਿੱਚ ਇੱਕ ਖੂਹ ਲੱਗ ਜਾਏ। ਉਸੇ ਪਲ ਭੋਲੇ ਦੇ ਖੇਤਾਂ ਵਿੱਚ ਇੱਕ ਸ਼ਾਨਦਾਰ ਖੂਹ ਲੱਗ ਗਿਆ ਅਤੇ ਖੂਹ ਦਾ ਪਾਣੀ ਖੇਤਾਂ ਵਿੱਚ ਦੌੜਨ ਲੱਗਾ। ਭੋਲਾ ਖੁਸ਼ੀ ਨਾਲ ਫੁੱਲਾਂ ਨਾ ਸਮਾਇਆ। ਫਿਰ ਭੋਲਾ ਬਾਣੀਏ ਦੇ ਖੇਤਾਂ ਵੱਲ ਗਿਆ। ਉੱਥੇ ਇੱਕ ਦੀ ਥਾਂ 2 ਖੂਹ ਲੱਗੇ ਹੋਏ ਸਨ ਤੇ ਪਾਣੀ ਖੇਤਾਂ ਵਿੱਚ ਹਰਲ ਹਰਲ ਕਰਦਾ ਵਗ ਰਿਹਾ ਸੀ। ਭੋਲੇ ਤੋਂ ਇਹ ਗੱਲ ਬਰਦਾਸ਼ਤ ਨਾ ਹੋਈ ਕਿ ਬਾਣੀਏ ਦੇ ਖੇਤਾਂ ਵਿੱਚ 2 ਖੂਹ ਲੱਗੇ ਹੋਣ। ਉਹ ਕ੍ਰੋਧ ਵਿੱਚ ਭਖਣ ਲੱਗਾ। ਉਹ ਸੋਚਣ ਲੱਗਾ ਕਿ ਉਹ ਬਾਣੀਏ ਤੋਂ ਵਧੀਕੀਆਂ ਦਾ ਕਿਵੇਂ ਬਦਲਾ ਲਵੇ। ਬਾਣੀਏ ਨੂੰ ਜਦੋਂ ਪਤਾ ਲੱਗਾ ਕਿ ਉਸਦੇ ਖੇਤਾਂ ਵਿੱਚ 2 ਖੂਹ ਚੱਲ ਰਹੇ ਹਨ ਤਾਂ ਉਹ ਵੇਖਣ ਲਈ ਗਿਆ। ਉਹ ਦੋਹਾਂ ਖੂਹਾਂ ਵਿਚਕਾਰ ਖੜਾ ਹੋ ਕੇ ਕਦੇ ਇੱਕ ਖੂਹ ਵੱਲ ਝਾਕ ਰਿਹਾ ਸੀ, ਕਦੇ ਦੂਜੇ ਵੱਲ। ਭੋਲੇ ਨੂੰ ਬਦਲਾ ਲੈਣ ਦੀ ਅਖੀਰ ਇੱਕ ਗੱਲ ਸੁੱਝੀ। ਉਸਨੇ ਸ਼ੰਖ ਵਜਾਏ ਤੇ ਮੰਗ ਕੀਤੀ, ਮੈਂ ਇੱਕ ਅੱਖੋਂ ਕਾਣਾ ਹੋ ਜਾਵਾਂ। ਉਸੇ ਵੇਲੇ ਭੋਲਾ ਕਾਣਾ ਹੋ ਗਿਆ। ਅਚਾਨਕ ਬਾਣੀ ਨੇ ਮਹਿਸੂਸ ਕੀਤਾ ਜਿਵੇਂ ਉਸ ਦੀਆਂ ਦੋਵਾਂ ਅੱਖਾਂ ਦੀ ਨਜ਼ਰ ਚਲੀ ਗਈ ਹੋਵੇ। ਉਹ ਹੱਥ ਪੈਰ ਮਾਰਦਾ ਹੋਇਆ ਸੰਭਲਣ ਲੱਗਾ, ਪਰ ਦੋਵੇਂ ਪਾਸੇ ਦਾ ਖੂਹ ਸਨ, ਜਿਸ ਕਰਕੇ ਉਹ ਧੜਮ ਕਰਦਾ ਇੱਕ ਖੂਹ ਵਿੱਚ ਜਾ ਡਿੱਗਾ। ਕਿਸਾਨ ਦੀ ਆਪਣੀ ਅੱਖ ਤਾਂ ਚਲੀ ਗਈ, ਪਰ ਉਸ ਦੀ ਜਾਨ ਹਮੇਸ਼ਾ ਲਈ ਬਾਣੀ ਤੋਂ ਛੁੱਟ ਗਈ।